सत श्री अकाल जी, मैं रूपांशी तुहाडा सारिਆਂ ਦਾ बहुत-बहुत स्वागत करदी हां लाइव प्रोग्राम किंज जावां परदेस दे विच। स्टडी वीज़ा दे नाल रिलेटेड ਇਹ ਲਾਈਵ ਸ਼ੋ ਲੈ ਕੇ ਅਸੀਂ ਇੱਕ ਵਾਰੀ ਫੇਰ ਤੋਂ ਤੁਹਾਡੇ ਸਾਰਿਆਂ ਦੇ ਲਈ ਹਾਜ਼ਰ ਹੋ ਗਏ ਹਾਂ ਜੀ। ਜੇਕਰ ਅੱਜ ਤੁਸੀਂ ਵੀ ਆਪਣੇ ਘਰੇ ਬੈਠੇ ਹੋ, परदेश जाना चाहते हो, ओवरसीज जाने का सुपना देखते आए हो, उत्थे जाके पढ़ना चाहते हो, बाद च सैटल होना चाहते हो, स्टडी वीज़ा दे नाल अपने सफर की शुरुआत करना चाहते हो, PR तक पहुंचना चाहते हो, किहड़े चीज़ों की रिक्वायरमेंट रहिंदी है, की तुहाडी एलिजिबिलिटी होनी चाहिए है, की डिफरेंट सिनैरियोज है इस वेले आफ्टर कोविड, किस तरह की कंट्रीज तुहानू वेलकम कर रही ने, की उन्हां दी करंटली सिनैरियो चल रहा है, इहदे बारे जानना चाहते हो, अपनी प्रोफाइल साडे नाल सांझी करना चाहते हो कि तुसीं किहड़ी कंट्री जा सकते हो। इहो जे सवाल जे तुहाडे मन दे विच भी ने जी, तां तुसीं लाइव शो के दौरान अपने सवाल सांझे कर सकते हो, अपने क्वेश्चन सांझे कर सकते हो। जिहड़ा नंबर इस वेले तुसीं अपनी टैलीविजन स्क्रीन ते देख रहे हो, उस नंबर ते तुसीं सानू कॉल करना है। जदों कॉल करोगे तुहाडी गल होएगी साडे वीज़ा एक्सपर्ट्स दे नाल, जिहड़े कि तुहाडे सवालों का जवाब तुहानू देणगे, तुहाडी फाइल नू असैस करनगे, तुहाडे लई की बेस्ट ऑप्शन रहेगा उहदे बारे दसणगे। तां कोई भी क्वेश्चन है शो दे विच कॉल करके जानकारी लई जा सकदी है जी। जदों भी कॉल करोगे, तुहाडी कॉल्स आने तो पहला भी ते शो शुरू करन तो पहला भी मैं तुहानू कंट्रीज दे बारे जरूर दसना चाहूँगी। अज शो दे विच असीं गल करांगे USA बारे, गल करांगे जर्मनी बारे, गल करांगे आस्ट्रेलिया बारे। तां जेकर तुहाडे सवाल भी इन्हां कंट्रीज दे नाल रिलेटेड ने, बिल्कुल शो दे विच कॉल करके जानकारी लई जा सकदी है। ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਤੇ ਮੇਰੇ ਨਾਲ ਇੱਥੇ ਕੰਟਰੀਜ਼ ਬਾਰੇ ਡਿਸਕਸ਼ਨ ਕਰਨ ਦੇ ਲਈ ਸਟੱਡੀ ਵੀਜ਼ਾ ਐਕਸਪਰਟ ਵੀ ਮੌਜੂਦ ਨੇ ਜੀ, ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇਸ਼ ਭਰਾਰਾ। ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਬਹੁਤ ਧੰਨਵਾਦ। ਮੁਕੇਸ਼ ਸਰ, ਸਭ ਤੋਂ ਪਹਿਲਾਂ USA ਦੇ ਨਾਲ ਸ਼ੁਰੂਆਤ ਕਰਨਾ ਚਾਹੂੰਗੀ। USA ਦੀ ਸਰ ਜੇ ਐਲੀਜੀਬਿਲਿਟੀ ਦੀ ਗੱਲ ਕਰੀਏ, ਅਸੀਂ ਵਿਦ ਆਇਲਸ ਵੀ ਸੁਣ ਰਹੇ ਹਾਂ, ਵਿਦਆਊਟ ਆਇਲਸ ਵੀ ਸੁਣ ਰਹੇ ਹਾਂ, ਕਿਹੜਾ ਮੀਡੀਅਮ ਬੱਚੇ ਨੂੰ ਸਰ ਅਪਲਾਈ ਕਰਨਾ ਚਾਹੀਦਾ, ਕਿਹੜੇ ਮੀਡੀਅਮ ਨੂੰ ਲੈ ਕੇ, ਵਿਦ ਆਇਲਸ ਔਰ ਵਿਦਆਊਟ ਆਇਲਸ? ਦੇਖੋ ਮੈਡਮ, ਜਿੱਥੋਂ ਤੱਕ US ਦੇ ਸਟੂਡੈਂਟ ਵੀਜ਼ਾ ਦਾ ਸਵਾਲ ਹੈ, ਬੇਸਿਕਲੀ ਇਹ ਟੋਟਲੀ ਡਿਪੈਂਡ ਕਰਦਾ ਪਰਫਾਰਮੈਂਸ ਬੱਚੇ ਦੀ ਕਿੱਦਾਂ ਦੀ ਰਹਿੰਦੀ ਹੈ ਡਿਊਰਿੰਗ ਹਿਸ ਔਰ ਹਰ ਇੰਟਰਵਿਊ। ਤਾਂ ਸਭ ਤੋਂ ਜਿਹੜਾ ਮੁਸ਼ਕਿਲ ਜੌਬ ਹੈ, ਟਫ ਜੌਬ ਹੈ, ਉਹ I-20 ਲੈਣਾ। ਵਨਸ ਯੂ ਵਿਲ ਗੈਟ ਦਾ I-20 ਫਰਮ ਦ ਯੂਨੀਵਰਸਿਟੀ, ਉਸ ਤੋਂ ਬਾਅਦ ਮੈਟਰ ਨਹੀਂ ਕਰਦਾ ਤੁਸੀਂ ਆਇਲਸ, PT, ਟਿਲਿੰਗੋ, ਟੋਫਲ ਵਟਐਵਰ ਕੀਤੀ ਹੈ ਕਿ ਨਹੀਂ ਕੀਤੀ। ਰੀਜ਼ਨ ਬੀਇੰਗ ਕਿ ਜਦੋਂ ਹਾਈ ਕਮਿਸ਼ਨ 'ਚ ਤੁਸੀਂ ਬੱਚੇ ਦਾ ਪੇਸ਼ ਹੋਣਾ ਇੰਟਰਵਿਊ ਦੇ ਦੌਰਾਨ, ਤੇ ਉਸ ਟਾਈਮ ਉਹਦੇ ਕੋਈ ਵੀ ਡਾਕੂਮੈਂਟ ਨਾ ਤਾਂ ਉਹ ਦੇਖੇ ਜਾਂਦੇ ਆ ਵੀਜ਼ਾ ਅਫਸਰ ਵੱਲੋਂ, ਨਾ ਹੀ ਕੁਝ ਉਹਦੇ ਕੋਲੋਂ ਕ੍ਰਾਸ ਵੈਰੀਫਿਕੇਸ਼ਨ ਹੁੰਦੀ ਹੈ, ਨਾ ਹੀ ਆਨਲਾਈਨ ਅਪਲੋਡ ਕੀਤੇ ਜਾਂਦੇ ਆ। ਬੇਸਿਕਲੀ ਡਿਪੈਂਡ ਕਰਦਾ ਹੈ ਕਿ ਪਰਫਾਰਮੈਂਸ, ਬਾਡੀ ਲੈਂਗੁਏਜ, ਬੱਚੇ ਦਾ ਕੌਨਫੀਡੈਂਸ, ਬੱਚੇ ਦਾ IQ ਲੈਵਲ, ਬੱਚੇ ਦਾ ਵੇ ਆਫ ਟਾਕਿੰਗ, ਬੱਚੇ ਦੀ ਪਰਸਨੈਲਿਟੀ ਕਿੱਦਾਂ ਦੀ ਹੈ ਡਿਊਰਿੰਗ ਇੰਟਰਵਿਊ। ਐਂਡ ਵੇਅਰਸ ਕੁਐਸਚਨ ਆਫ I-20, ਅਗਰ ਮੈਂ ਕੰਪੈਰੀਜ਼ਨ ਕਰਾਂ ਤੇ ਦੇਰ ਆਰ ਸਰਟੇਨ ਯੂਨੀਵਰਸਿਟੀਜ਼ ਦੋਜ਼ ਵਿਲ ਰਿਲੀਜ਼ ਦਾ I-20 ਵਿਦਆਊਟ ਇੰਟਰਵਿਊ ਔਰ ਵਿਦਆਊਟ ਆਇਲਸ ਐਜ਼ ਵੈਲ। ਉਹਦੇ ਲਈ ਤੁਹਾਨੂੰ ਲੈਟਰ ਆਫ ਰਿਕਮੈਂਡੇਸ਼ਨ ਦੇ ਨਾਲ ਮੀਡੀਅਮ ਆਫ ਇੰਸਟਰਕਸ਼ਨ ਦੇ MOI ਦੇ ਲੈਟਰਸ ਚਾਹੀਦੇ ਹੁੰਦੇ ਆ, ਜਿਹਦੇ ਬੇਸਿਸ ਤੇ ਹਾਂ ਨੋ ਡਾਊਟ ਇਹ ਚੀਜ਼ ਮੈਂ ਤੁਹਾਨੂੰ ਦੁਬਾਰਾ ਤੋਂ ਰਿਪੀਟ ਕਰ ਦੇਣਾ ਕਿ ਕੁਛ ਇੱਕ ਯੂਨੀਵਰਸਿਟੀਜ਼ ਹੈ ਜਿਹੜੀ ਕਿ ਵਿਦਆਊਟ ਆਇਲਸ ਐਕਸੈਪਟ ਕਰਦੀਆਂ, ਬਟ ਉਹਨਾਂ ਦਾ ਸਕਸੈਸ ਰੇਟ ਵੀ ਅੱਛਾ, ਬਸ਼ਰਤੇ ਕਿ ਬੱਚੇ ਦਾ ਕੌਨਫੀਡੈਂਸ ਲੈਵਲ ਵਧੀਆ ਹੋਏ। ਬਿਲਕੁਲ ਸਰ, ਤੁਸੀਂ ਵਿਦ ਐਂਡ ਵਿਦਆਊਟ ਆਇਲਸ ਦਾ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ, ਬੱਚਾ ਅਪਲਾਈ ਕਰ ਲੇਗਾ, ਉਹਦਾ ਕੌਨਫੀਡੈਂਸ ਲੈਵਲ ਵੀ ਜੇਕਰ ਹੈਗਾ ਹੈ ਤਾਂ ਵੀ ਠੀਕ ਹੈ ਨਾ, ਇੰਟਰਵਿਊ ਵੀ ਉਹਦਾ ਕਲੀਅਰ ਹੋ ਜਾਏਗਾ। ਬਟ ਜਦੋਂ ਗੱਲ ਹੁੰਦੀ ਹੈ ਕਿ ਵਿਦ ਆਇਲਸ ਅਪਲਾਈ ਕਰਨ ਦੀ, ਕੀ ਥੋੜਾ ਜਿਹਾ ਬੱਚੇ ਨੂੰ ਪ੍ਰਾਇੋਰਟਾਈਜ਼ ਇੱਥੇ ਕੀਤਾ ਜਾਂਦਾ ਹੈ ਜਾਂ ਨਾਰਮਲੀ ਰਹਿੰਦਾ ਹੈ ਸਿਨੈਰੀਓ? ਦੇਖੋ, ਇਹਦੇ ਤੇ ਨਾ ਮੈਂ ਇੱਕ ਟੈਕਨੀਕਲ ਰੀਜ਼ਨ ਜਿਹੜਾ ਇਹਦੇ ਪਿੱਛੇ ਉਹ ਦੇ ਕੇ ਉਹਦਾ ਐਗਜ਼ਾਮਪਲ ਦੇ ਕੇ ਮੈਂ ਤੁਹਾਨੂੰ ਸਮਝਾਉਣਾ। ਬੇਸਿਕਲੀ ਜਦੋਂ ਹਾਈ ਕਮਿਸ਼ਨ 'ਚ ਬੱਚੇ ਨੇ ਇੰਟਰਵਿਊ ਲਈ ਅਪੀਅਰ ਹੋਣਾ, ਉਹਦੇ ਪਾਸਪੋਰਟ ਤੋਂ ਇਲਾਵਾ ਸਿਰਫ ਅਗਰ ਉਹਦਾ ਕੋਈ ਡਾਕੂਮੈਂਟ ਐਮਬੈਸੀ ਦਾ ਜਿਹੜਾ ਵੀਜ਼ਾ ਆਫਿਸਰ ਹੈ, ਕੰਸਰਨ ਕੇਸ ਆਫਿਸਰ ਮੰਗੇਗਾ, ਉਹ ਹੈ I-20। I-20 ਦੇ ਉੱਪਰ ਜਿਹੜਾ ਯੂਨੀਵਰਸਿਟੀ ਦਾ ਨਾਮ ਮੈਂਸ਼ਨ ਰਹਿੰਦਾ। ਬੇਸਿਕਲੀ ਜਿਹੜਾ ਸਿਸਟਮ ਤੇ ਬੈਠਾ ਜੋ ਵੀ ਗੋਰਾ ਜਾਂ ਗੋਰੀ ਜਾਂ ਕਾਲਾ ਜੋ ਵੀ ਇੰਡੀਅਨ ਬੰਦਾ ਤੁਹਾਡਾ ਇੰਟਰਵਿਊ ਲੈ ਰਿਹਾ, ਕੰਡਕਟ ਕਰ ਰਿਹਾ, ਉਹ ਯੂਨੀਵਰਸਿਟੀ ਦੀ ਰੈਂਕਿੰਗ ਨੂੰ ਆਨਲਾਈਨ ਜਾ ਕੇ ਨੈਟ ਦੇ ਥਰੂ ਆਪਣਾ ਵੈਰੀਫਾਈ ਕਰਦਾ। ਉੱਥੇ ਕਿਤੇ ਨਾ ਕਿਤੇ ਜਿਹੜੀ ਹਾਈ ਰੈਂਕਡ ਯੂਨੀਵਰਸਿਟੀਜ਼ ਹੈ, ਉਹਨਾਂ ਦਾ ਲੈਵਲ ਇੰਨਾ ਵਧੀਆ ਹੈ ਕਿ ਉਹ ਸਿਰਫ ਔਰ ਸਿਰਫ ਆਇਲਸ ਦਾ, ਔਰ ਨਾ ਸਿਰਫ ਆਇਲਸ ਬਲਕਿ ਅੱਛਾ ਆਇਲਸ ਦਾ ਸਕੋਰ, ਅੱਛੇ ਪਰਸੈਂਟੇਜ ਦੇ ਨਾਲ ਐਡਮਿਸ਼ਨ ਦਿੰਦੀ ਹੈ, ਆਫਰ ਲੈਟਰ ਦਿੰਦੀ ਹੈ, I-20 ਰਿਲੀਜ਼ ਕਰਦੀਆਂ। ਇਸ ਕਰਕੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ I-20 ਅਗਰ ਤੁਹਾਡੀ ਜਿੰਨੀ ਵਧੀਆ ਯੂਨੀਵਰਸਿਟੀ ਤੋਂ, ਜਿੰਨੀ ਹਾਈ ਰੈਂਕਡ ਯੂਨੀਵਰਸਿਟੀ ਤੋਂ, ਉਹਨੇ ਤੁਹਾਡੇ ਵੀਜ਼ਾ ਦੇ ਚਾਂਸਸ ਬ੍ਰਾਈਟ ਰਹਿਣਗੇ, ਅੱਛੇ ਰਹਿਣਗੇ। ਲੇਕਿਨ ਇਸ ਦੇ ਨਾਲ ਇਹ ਵੀ ਚੀਜ਼ ਦੀ ਮੈਂ ਤੁਹਾਨੂੰ ਗਾਰੰਟੀ ਕਰ ਦਿੰਦਾ ਕਿ ਸਮ ਟਾਈਮ ਇਟਸ ਡਿਪੈਂਡ ਅਪਨ ਦਾ ਪਰਫਾਰਮੈਂਸ, ਕਿ ਅਗਰ ਬੱਚੇ ਦਾ ਕੌਨਫੀਡੈਂਸ ਲੈਵਲ ਅੱਛਾ ਤੇ ਇੱਕ ਲੋ ਲੈਵਲ ਦੇ ਕਾਲਜ ਦੇ ਵਿੱਚ ਵਿਦਆਊਟ ਆਇਲਸ ਬੱਚਾ ਵੀਜ਼ਾ ਲੈ ਜਾਂਦਾ, ਔਰ ਇੱਕ ਹਾਈ ਰੈਂਕਡ ਯੂਨੀਵਰਸਿਟੀ ਦੇ ਅੰਦਰ ਟੋਫਲ ਔਰ ਆਇਲਸ ਵਾਲਾ ਬੱਚਾ ਵੀਜ਼ਾ ਰਿਫਿਊਜ਼ਲ ਵੀ ਲੈ ਜਾਂਦਾ।
ਬਿਲਕੁਲ ਸਰ, ਰਾਈਟ ਸਰ। ਬਹੁਤ ਵਾਰੀ ਅਸੀਂ ਇਹ ਸੁਣਦੇ ਹਾਂ ਕਿ I-20 ਆਉਣ ਦੇ ਵਿੱਚ ਸਮਾਂ ਲੱਗ ਜਾਂਦਾ ਹੈ। ਇਹ ਜਿਹੜਾ ਡਿਲੇਡ ਰਹਿੰਦਾ ਹੈ, ਇਹ ਕਿਸ ਰੀਜ਼ਨ ਤੋਂ ਰਹਿੰਦਾ ਹੈ ਕਿ ਤੇ ਜੇਕਰ ਬੱਚਾ ਵਿਸ਼ਵਾਸ ਇੰਟਰਨੈਸ਼ਨਲ ਤੋਂ ਅਪਲਾਈ ਕਰਦਾ ਹੈ, ਕਿੰਨਾ ਕੁ ਸਮਾਂ ਉਹ ਐਕਸਪੈਕਟ ਕਰ ਸਕਦਾ ਵੀ ਮੇਰੀ I-20 ਆ ਜਾਊਗੀ? ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਇਹਦੇ ਪਿੱਛੇ ਬੇਸਿਕ ਰੀਜ਼ਨਸ ਕੀ ਹੈ। ਇਹਦੇ ਅੰਦਰ ਜਿਹੜੇ 2-3 ਕਾਰਨ ਹੈ I-20 ਡਿਲੇ ਹੋਣ ਦੇ। ਸਭ ਤੋਂ ਪਹਿਲੇ ਤੇ ਬਹੁਤ ਘੱਟ ਐਸੀ ਆਰਗੇਨਾਈਜੇਸ਼ਨ, ਬਹੁਤ ਅੱਛੀ ਘੱਟ ਕੰਪਨੀਆਂ ਹੈ ਸਾਡੇ ਏਰੀਆ ਦੇ ਵਿੱਚ। ਅਗਰ ਮੈਂ ਜੇਕਰ ਹਰਿਆਣਾ ਪੰਜਾਬ ਦੀ ਗੱਲ ਕਰਾਂ, ਜਿਨ੍ਹਾਂ ਦੇ ਡਾਇਰੈਕਟ ਟਾਈ-ਅਪਸ ਹੋਣ ਯੂਨੀਵਰਸਿਟੀਜ਼ ਦੇ ਨਾਲ। ਇੱਕ ਮੇਜਰ ਰੀਜ਼ਨ ਇਹ ਰਹਿੰਦਾ ਹੈ ਕਿ ਤੁਸੀਂ ਕਿਸੇ ਐਸੇ ਏਜੰਟ ਕੋਲੋਂ, ਐਸੀ ਕੰਪਨੀ ਕੋਲੋਂ ਤੁਸੀਂ ਆਪਣੀ I-20 ਪ੍ਰੋਸੈਸ ਕਰਵਾ ਰਹੇ ਹੋ ਜਿਨ੍ਹਾਂ ਦਾ ਕੋਈ ਡਾਇਰੈਕਟ ਐਗਰੀਮੈਂਟ ਨਹੀਂ ਹੈ। ਉਹ ਕਿਤੇ ਨਾ ਕਿਤੇ ਇਨਡਾਇਰੈਕਟ ਕਿਸੇ ਨਾ ਕਿਸੇ ਵਾਇਆ ਏਜੰਟ ਦੇ ਥਰੂ ਤੁਹਾਡਾ I-20 ਪ੍ਰੋਸੈਸ ਕਰਦੇ, ਜਿਹਦੇ ਚੱਲਦੇ ਕਮਿਊਨੀਕੇਸ਼ਨ ਗੈਪ ਪੈ ਜਾਂਦਾ, ਲਾਪਰਵਾਹੀ ਹੁੰਦੀ ਹੈ। ਤੁਸੀਂ ਡਾਇਰੈਕਟ ਯੂਨੀਵਰਸਿਟੀ ਨੂੰ ਤੁਹਾਡਾ ਏਜੰਟ ਟਾਈ-ਅਪ ਨਹੀਂ ਕਰ ਸਕਦਾ, ਰਿਮਾਈਂਡਰ ਨਹੀਂ ਪਾ ਸਕਦਾ, ਮੇਲ ਨਹੀਂ ਕਰ ਸਕਦਾ। ਪੁਆਇੰਟ ਨੰਬਰ 1। ਪੁਆਇੰਟ ਨੰਬਰ 2, ਇਹਦੇ ਵਿੱਚ ਇੱਕ ਇਸ ਤੋਂ ਵੀ ਵੱਡਾ ਇੱਕ ਕਾਰਨ ਇਹ ਹੈ ਕਿ ਡਿਪੈਂਡ ਕਰਦਾ ਹੈ ਕਿ ਤੁਹਾਡੇ ਸਟਾਫ ਦੀ, ਯਾਨੀ ਕਿ ਜਿਹੜੀ ਵੀ ਆਰਗੇਨਾਈਜੇਸ਼ਨ ਦੀ ਯੂਨੀਵਰਸਿਟੀ ਵੱਲੋਂ ਜਦੋਂ ਸਾਨੂੰ ਐਗਰੀਮੈਂਟਸ ਮਿਲਦੇ ਆ ਤਾਂ ਇੱਕ ਜ਼ੂਮ ਮੀਟਿੰਗ ਤੇ ਜਾਂ ਵੀਡੀਓ ਕਾਲ ਤੇ ਜਾਂ ਫਿਜ਼ੀਕਲ, ਕਦੀ ਅਗਰ ਉਹਨਾਂ ਦੇ ਕੋਈ ਬੰਦੇ, ਅੱਜ ਕੱਲ ਕੋਵਿਡ ਦੇ ਚਲਦੇ ਪ੍ਰੋਸੈਸ ਥੋੜਾ ਘੱਟ ਹੋ ਗਿਆ, ਲੇਕਿਨ ਮਤਲਬ ਟੈਕਨੀਕਲੀ ਔਰ ਨਾਨ ਟੈਕਨੀਕਲੀ ਫਿਜ਼ੀਕਲ ਬੇਸਿਸ ਦੇ ਉੱਪਰ ਬੱਚਿਆਂ ਨੂੰ, ਸਾਡੇ ਜਿਹੜੇ ਸਟਾਫ ਦੇ ਮੈਂਬਰਸ ਆ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਟ੍ਰੇਨਿੰਗ ਦਾ ਮੇਰਾ ਮਤਲਬ ਕੀ ਹੈ ਕਿ ਸਪੋਜ਼ ਅਗਰ ਤੁਸੀਂ I-20 ਅਪਲਾਈ ਕਰਨਾ ਆਪਣਾ ਆਫਰ ਲੈਟਰ ਦੇ ਨਾਲ, ਅਗਰ ਤੁਸੀਂ ਆਪਣੇ ਫੰਡਸ ਅਪਲੋਡ ਕਰ ਰਹੇ ਹੋ, ਲੈਟਰ ਆਫ ਰਿਕਮੈਂਡੇਸ਼ਨ ਅਪਲੋਡ ਕਰ ਰਹੇ ਹੋ, MOI ਅਪਲੋਡ ਕਰ ਰਹੇ ਹੋ, CV ਅਪਲੋਡ ਕਰ ਰਹੇ ਹੋ, ਔਰ ਕੀ ਕਹਿੰਦੇ ਤੁਹਾਨੂੰ ਉਸਦੇ SOP ਅਪਲੋਡ ਕਰ ਰਹੇ ਹੋ, ਤਾਂ ਵਨ ਸ਼ਾਟ ਤੁਹਾਡੀ SOP ਉਹਦੇ ਨਾਲ ਨਾਲ, ਆਫਰ ਲੈਟਰ ਦੇ ਨਾਲ ਨਾਲ, ਬੜੇ ਟਾਈਮ ਦੇ ਨਾਲ I-20 ਨਾਲ ਦੇ ਨਾਲ ਰਿਲੀਜ਼ ਹੋ ਜਾਏਗੀ ਵਿਦਿਨ ਟਾਈਮ। ਲੇਕਿਨ ਹੁੰਦਾ ਕੀ ਹੈ, ਜਦੋਂ ਤੁਸੀਂ ਕਿਸੇ ਨਾਨ ਪ੍ਰੋਫੈਸ਼ਨਲ ਏਜੰਸੀ ਨੂੰ ਚੂਜ਼ ਕਰਦੇ ਹੋ, ਉਹਦੇ ਚਲਦੇ ਹੁੰਦਾ ਕਿ ਪਹਿਲੇ ਤੁਹਾਡੀ ਆਫਰ ਅਪਲਾਈ ਕੀਤੀ, ਫਿਰ ਉਹਨਾਂ ਨੇ ਤੁਹਾਡੇ ਕੋਲੋਂ SOP ਮੰਗੀ, ਫਿਰ ਉਹਨਾਂ ਨੇ ਤੁਹਾਨੂੰ ਫੰਡ ਅਪਲੋਡ ਕਰਨ ਨੂੰ ਕਹੇ, ਫਿਰ ਤੁਹਾਡੇ ਕੋਲੋਂ CV ਮੰਗਿਆ। ਇੱਕ ਮੇਲ ਦਾ ਰਿਪਲਾਈ ਆਉਣ ਨੂੰ 5-5, 10-10 ਦਿਨ ਲੱਗ ਜਾਂਦੇ ਆ, ਕਿਉਂਕਿ ਉਹਨਾਂ ਕੋਲ ਸਿਰਫ ਤੁਹਾਡੀ ਹੀ ਐਪਲੀਕੇਸ਼ਨਸ ਨਹੀਂ ਹੈ, ਹੋਰ ਅਦਰ ਏਜੰਸੀਜ਼ ਦੀ ਐਪਲੀਕੇਸ਼ਨਸ ਵੀ ਹੈ, ਹੋਰ ਅਦਰ ਕੰਟਰੀਜ਼ ਦੇ ਐਪਲੀਕੇਸ਼ਨ ਵੀ ਹੈ, ਜਿਹਦੇ ਚਲਦੇ ਮਤਲਬ ਕੰਕਲੂਜਨ ਆਫ ਮਾਈ ਆਨਸਰ ਕਿ ਅਗਰ ਤੁਹਾਡਾ ਸਟਾਫ ਟ੍ਰੇਨਡ ਹੈ, ਪ੍ਰੋਫੈਸ਼ਨਲ ਤਰੀਕੇ ਨਾਲ ਕੀਤਾ ਹੈ ਐਂਡ ਵੈਲ ਟ੍ਰੇਨਡ ਬਾਈ ਯੂਨੀਵਰਸਿਟੀਜ਼ ਹੈ, ਤੇ ਡੈਫੀਨਿਟਲੀ ਯੂ ਵਿਲ ਗੈਟ ਦਾ ਆਫਰ ਲੈਟਰ ਵਿਦਿਨ ਟਾਈਮ। ਵੇਅਰਐਸ ਕੁਐਸਚਨ ਆਫ ਵਿਸ਼ਵਾਸ ਇੰਟਰਨੈਸ਼ਨਲ, ਸਾਡੇ ਕੋਲ ਐਸੀ ਯੂਨੀਵਰਸਿਟੀਜ਼ ਵੀ ਹੈ ਜਿਹੜੀ 7 ਤੋਂ 8 ਵਰਕਿੰਗ ਡੇਜ਼ ਤੋਂ ਲੈ ਕੇ 15 ਵਰਕਿੰਗ ਡੇਜ਼ ਦੇ ਵਿੱਚ ਤੁਹਾਨੂੰ I-20 ਡਾਇਰੈਕਟਲੀ ਦੇ ਦਿੰਦੀ ਹੈ। ਬਿਲਕੁਲ, ਮਤਲਬ ਟਾਈ-ਅਪਸ ਤੇ ਡਿਪੈਂਡ ਕਰਦਾ ਤੇ ਟੀਮ ਤੇ ਡਿਪੈਂਡ ਕਰਦਾ, ਟੀਮ ਤੇ ਡਿਪੈਂਡ ਕਰਦਾ, ਪ੍ਰੋਫੈਸ਼ਨਲਿਜ਼ਮ ਤੇ ਡਿਪੈਂਡ ਕਰਦਾ। ਜੀ ਸਰ, ਅਸੀਂ ਕੈਨੇਡਾ ਦੇ ਸਕਸੈਸ ਰੇਟ ਦੀ ਗੱਲ ਕਰਦੇ ਹਾਂ, UK ਦੇ ਸਕਸੈਸ ਰੇਟ ਦੀ ਗੱਲ ਕਰਦੇ ਹਾਂ, USA ਦੇ ਸਕਸੈਸ ਰੇਟ ਦਾ ਜ਼ਿਕਰ ਜ਼ਿਆਦਾਤਰ ਨਹੀਂ ਹੁੰਦਾ। ਕੀ ਇਹਦਾ ਇਹ ਰੀਜ਼ਨ ਹੈ ਕਿ ਵੀ USA ਦਾ ਸਕਸੈਸ ਰੇਟ ਵਧੀਆ ਨਹੀਂ ਚੱਲ ਰਿਹਾ, ਤੇ ਜੇਕਰ ਨਹੀਂ ਵੀ ਚੱਲ ਰਿਹਾ ਜਾਂ ਚੱਲ ਵੀ ਰਿਹਾ ਹੈ, ਉਹਦੀ ਗੱਲ ਕਿਉਂ ਨਹੀਂ ਹੋ ਰਹੀ, ਤੇ ਜੇ ਤੁਸੀਂ ਕਰ ਰਹੇ ਹੋ, ਵਾਟ ਇਜ਼ ਦ ਰੀਜ਼ਨ ਬਿਹਾਈਂਡ ਇਟ? ਇਹਦੇ ਪਿੱਛੇ ਜਿਹੜਾ ਬੇਸਿਕ ਰੀਜ਼ਨ ਹੈ ਮੈਡਮ, ਉਹ ਅਗੇਨ ਜਿਹੜਾ US ਦੀ ਪ੍ਰੈਕਟਿਸ ਹੈ, ਇਹ ਥੋੜੀ ਟਿਪੀਕਲ ਹੈ, ਥੋੜਾ ਯੂਨੀਕ ਪ੍ਰੋਡਕਟ ਹੈ USA ਦਾ ਜਿਹੜਾ ਵੀਜ਼ਾ, ਉਹ ਇੰਟਰਵਿਊ ਬੇਸਡ ਵੀਜ਼ਾ। ਔਰ ਮਜ਼ੇਦਾਰ ਗੱਲ ਇਹ ਹੈ ਕਿ ਸਿਰਫ ਇੱਕ 3 ਤੋਂ 5 ਮਿੰਟ ਦਾ ਇੰਟਰਵਿਊ ਹੁੰਦਾ, ਜਿਹਦੇ ਵਿੱਚ 5-7 ਸਵਾਲ ਪੁੱਛੇ ਜਾਂਦੇ ਹੈ। ਦੋਜ਼ ਆਰ ਦਾ ਵੈਰੀ ਨਾਰਮਲ ਕੁਐਸਚਨਸ। ਅਗਰ ਮੈਂ ਲੈਵਲ ਆਫ ਕਮਿਊਨੀਕੇਸ਼ਨ ਦੀ ਗੱਲ ਕਰਾਂ, ਇੰਗਲਿਸ਼ ਦੀ ਸਪੀਕਿੰਗ ਸਕਿੱਲਸ ਦੀ ਗੱਲ ਕਰਾਂ, ਤਾਂ these are the very simple questions ਕਿ why US, which university, which college, what is the course name, what is the tenure of your study, and what is the tuition fee, who will sponsor you, what is your parents, matlab these kind of very normal questions, very simple questions. Those are ਜਿਹੜਾ ਕਿ 10th ਦਾ ਇੱਕ ਬੱਚਾ ਵੀ ਜਿਹੜਾ ਇਸ ਕੁਐਸਚਨਸ ਨੂੰ ਆਨਸਰ ਦੇ ਦੇਗਾ, ਬਟ ਫਿਰ ਵੀ ਵੀਜ਼ਾ ਨਹੀਂ ਲੱਗਦਾ। ਈਵਨ BTech ਗ੍ਰੈਜੂਏਟ ਬੱਚੇ ਦਾ, BCom ਗ੍ਰੈਜੂਏਟ ਬੱਚੇ ਦਾ, ਮਾਸਟਰਸ ਕੀਤੇ ਹੋਏ ਬੱਚੇ ਦਾ, +2 ਰੀਸੈਂਟ ਪਾਸ ਆਊਟ CBSE ICSE ਬੱਚੇ ਦਾ ਵੀਜ਼ਾ ਨਹੀਂ ਲੱਗਦਾ। ਉਹਦਾ ਰੀਜ਼ਨ ਹੈ, ਉਹਦਾ ਰੀਜ਼ਨ ਅਗੇਨ ਇੱਥੇ ਵੀ ਤੁਹਾਡਾ ਚੋਇਸ ਆਫ ਕੰਸਲਟੈਂਟ ਜਿਹੜਾ ਬਹੁਤ ਜ਼ਿਆਦਾ ਮੈਟਰ ਕਰਦਾ। ਸਭ ਤੋਂ ਪਹਿਲੇ ਕਿ ਤੁਸੀਂ ਜਿਹੜੇ ਵੀ ਏਜੰਸੀ ਕੋਲੋਂ, ਜਿਹੜੇ ਵੀ ਕੰਸਲਟੈਂਟ ਦੇ ਥਰੂ ਆਪ ਦਾ ਵੀਜ਼ਾ ਅਪਲਾਈ ਕਰ ਰਹੇ ਹੋ, ਉਹਨੂੰ ਕਿਤੇ ਨਾ ਕਿਤੇ USA ਦੀ ਪੜ੍ਹਾਈ ਤੋਂ ਮੇਰਾ ਮਤਲਬ ਹੈ ਕਿ USA ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਇਮੀਗ੍ਰੇਸ਼ਨ ਦੇ ਰੂਲ ਰੈਗੂਲੇਸ਼ਨ ਪਤਾ ਹੋਣਾ ਚਾਹੀਦਾ। ਉਹਨਾਂ ਦੇ ਅੰਦਰ ਮੈਂ ਬਹੁਤ ਜ਼ਿਆਦਾ ਲੰਬਾ ਅਗਰ ਮੈਂ ਬੋਲਣ ਨੂੰ ਤੇ 1 ਘੰਟਾ ਇਸ ਚੈਪਟਰ ਤੇ ਬੋਲ ਸਕਦਾ, ਬਟ ਬਰੀਫ ਅਗਰ ਮੈਂ ਤੁਹਾਡਾ ਇਸ ਕੁਐਸਚਨ ਦਾ ਆਨਸਰ ਕਰਾਂ, 2-3 ਚੀਜ਼ਾਂ ਮੈਟਰ ਕਰਦੀਆਂ। ਜਿਸ ਤਰ੍ਹਾਂ ਕਿ ਹੁਣੇ ਮੈਂ ਪਿਛਲੇ ਕੁਐਸਚਨ ਦਾ ਆਨਸਰ ਕੀਤਾ ਕਿ ਚੋਇਸ ਆਫ ਯੂਨੀਵਰਸਿਟੀ ਮੈਟਰ ਕਰਦਾ, ਫਿਰ ਤੁਸੀਂ ਇੱਕ ਦੇ ਬਜਾਏ 2 ਜਾਂ 3 I-20 ਅਪਲਾਈ ਕਰ ਰਹੇ ਹੋ ਮੈਟਰ ਕਰਦਾ, ਫਿਰ ਜਿਹੜਾ ਤੁਹਾਡਾ DS-160 which is called ਵੀਜ਼ਾ ਐਪਲੀਕੇਸ਼ਨ ਫਾਰਮ, ਉਹਦਾ ਟੈਕਨੀਕਲ ਨੇਮ DS-160 ਹੈ US ਇਮੀਗ੍ਰੇਸ਼ਨ ਦੇ ਵੱਲੋਂ,
ਉਹਨੂੰ ਫਿਲ ਕਰਦੇ ਹੋਏ ਕੁਝ ਕੁਐਸਚਨਸ ਐਸੇ ਹਨ ਜਿਨ੍ਹਾਂ ਨੂੰ ਬੜੇ ਸਮਾਰਟਲੀ ਆਨਸਰ ਜਿਹਦਾ ਦਿੱਤਾ ਜਾਂਦਾ, ਉਹਨਾਂ ਨੂੰ ਤੁਹਾਡੇ ਕੰਸਲਟੈਂਟ ਨੇ ਕਿੱਦਾਂ ਫਿਲ ਕੀਤਾ ਉਸ ਚੀਜ਼ ਤੇ ਡਿਪੈਂਡ ਕਰਦਾ। ਮਤਲਬ ਅਗਰ ਤੁਹਾਡੀ ਬੇਸਿਕ ਚੀਜ਼ਾਂ ਤਰੀਕੇ ਨਾਲ ਸਬਮਿਟਡ ਹੈ, ਐਮਬੈਸੀ ਦੇ ਵਿੱਚ ਫਾਈਲ ਪ੍ਰੋਪਰ ਤਰੀਕੇ ਨਾਲ ਸਬਮਿਟ ਹੈ, ਤੇ ਤੁਹਾਡਾ 70-80% ਸਕਸੈਸ ਰੇਟ ਵਿਦਆਊਟ ਅਪੀਅਰੈਂਸ ਮੰਨ ਲਿੱਤਾ ਜਾਂਦਾ। ਉਸ ਤੋਂ ਬਾਅਦ ਡਿਪੈਂਡ ਕਰਦਾ ਕਿ ਤੁਹਾਡੇ ਇੰਟਰਵਿਊ ਪ੍ਰੈਪਰੇਸ਼ਨ। ਕਈ ਵਾਰ ਮੈਂ ਦੇਖਿਆ ਮੇਰੇ ਕੋਲ ਕਈ ਬੱਚੇ ਇਦਾਂ ਦੇ ਆਉਂਦੇ ਆ ਕਿ 2 3 4 5 ਵਾਰ ਪ੍ਰੋਫਾਈਲ ਬਹੁਤ ਵਧੀਆ ਬਟ ਰਿਫਿਊਜ਼ ਹੋ ਕੇ ਆਏ। ਉਹਨਾਂ ਦਾ ਕਾਰਨ ਜਦੋਂ ਆਪਾਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਅਮਰੀਕਾ ਕਿਉਂ ਜਾਣਾ, ਪੂਰਾ ਇੱਕ 30 ਕਰੋੜ ਦਾ ਇੱਕ ਸਮਝੋ ਕਿ ਪ੍ਰੋਪਰ ਇੱਕ ਸਟੋਰੀ ਸੁਣਾ ਦਿੰਦੇ ਆ। ਇੱਕ ਚੀਜ਼ ਸਮਝਣ ਵਾਲੀ ਹੈ, ਯੂਐਸਏ ਦਾ ਕੰਮ ਜੇਕਰ ਤੁਸੀਂ ਕਰਨਾ, ਯੂਐਸਏ ਦਾ ਸਕਸੈਸ ਰੇਟ ਲੈਣਾ ਚਾਹੁੰਦੇ ਹੋ ਤਾਂ ਯੂਐਸ ਦਾ ਇੱਕ ਕਨਸੈਪਟ ਹੈ ਜਿਹੜਾ ਬੜਾ ਇੱਕ ਛੋਟਾ ਜਿਹਾ ਲੌਜਿਕ ਹੈ ਉਹਨਾਂ ਦਾ ਜਿਹੜਾ ਕਨਸੈਪਟ ਹੈ ਕੰਮ ਕਰਨ ਦਾ, ਦੈਟ ਇਜ਼ ਟਾਈਮ ਸੇਵਿੰਗ ਕਨਸੈਪਟ। ਸੋਚਣ ਵਾਲੀ ਗੱਲ ਹੈ, ਯੂਐਸ ਹਾਈ ਕਮਿਸ਼ਨ ਇਕਲੌਤੇ ਹਾਈ ਕਮਿਸ਼ਨ ਹੈ ਜਿਹੜੀ ਤੁਹਾਡੇ ਫਾਈਲ ਤੇ ਤੁਹਾਡੇ ਡਾਕੂਮੈਂਟਸ ਤੇ ਤੁਹਾਡੇ ਪੇਪਰਸ ਤੇ ਬਿਲੀਵ ਨਹੀਂ ਕਰਦੀ। they will never take 5 to 10 working days 20 working days ਜਾਂ ਮਹੀਨਾ 2 ਮਹੀਨਾ 3 ਮਹੀਨੇ ਅਦਰ ਐਮਬੈਸੀਜ਼ ਦੀ ਤਰ੍ਹਾਂ ਨਹੀਂ ਲੈਂਦੇ। ਉਹ ਲੋਕ ਸਿਰਫ 5 ਮਿੰਟ 'ਚ ਰਿਜ਼ਲਟ ਦਿੰਦੇ ਆ। ਫਿਰ ਇੱਕ ਮਜ਼ੇ ਦੀ ਗੱਲ ਇਹ ਹੈ, ਬੇਸ਼ੱਕ ਤੁਹਾਡਾ ਵੀਜ਼ਾ ਕੋਰਸ 1 ਸਾਲ ਦੇ ਡਿਊਰੇਸ਼ਨ ਦਾ 5 ਸਾਲ ਦਾ ਵੀਜ਼ਾ ਦਿੰਦੇ। ਮਤਲਬ ਉਹਨਾਂ ਦਾ ਈਵਨ B1 B2 ਵੀਜ਼ਾ, ਇਹ F1 ਹੁੰਦਾ ਸਟੂਡੈਂਟ ਵੀਜ਼ਾ, ਜਿਹੜਾ ਵਿਜ਼ਿਟਰ ਕੈਟਾਗਰੀ ਦਾ ਵੀਜ਼ਾ ਉਹ ਵੀ 10 ਸਾਲ ਦਾ ਦਿੰਦੇ, ਬੇਸ਼ੱਕ ਤੁਸੀਂ 2 ਦਿਨ ਦੇ ਲਈ ਉੱਥੇ ਜਾਣਾ ਚਾਹੁੰਦੇ ਹੋ। ਉਹਨਾਂ ਦਾ ਰੀਜ਼ਨਸ ਟੈਕਨੀਕਲੀ ਉਹਨਾਂ ਦੇ ਜਿਹੜਾ ਲੌਜਿਕ ਹੈ ਸਮਝਣ ਵਾਲੀ ਗੱਲ ਹੈ ਕਿ ਉਹ ਵਕਤ ਬਚਾਉਣਾ ਚਾਹੁੰਦੇ ਆ, ਨਾ ਸਿਰਫ ਆਪਣਾ ਬਲਕਿ ਤੁਹਾਡਾ ਵੀ, ਕਲਾਇੰਟਸ ਦਾ ਵੀ, ਯੂਨੀਵਰਸਿਟੀ ਦਾ ਵੀ, ਏਜੰਸੀਜ਼ ਦਾ ਵੀ ਔਰ ਏਜੰਟਸ ਦਾ ਵੀ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਅਗਰ ਤੁਹਾਡਾ ਬੇਸਿਕ ਕੰਮ ਪ੍ਰੋਪਰ ਤਰੀਕੇ ਨਾਲ ਕੀਤਾ ਗਿਆ, ਬੇਸਿਕ ਕੰਮ ਤੋਂ ਮਤਲਬ ਅਗਰ ਤੁਹਾਡਾ ਫਾਰਮ ਪ੍ਰੋਪਰ ਫਿਲ ਕੀਤਾ ਗਿਆ, ਤੁਹਾਡੀ ਯੂਨੀਵਰਸਿਟੀ ਦੀ ਚੋਇਸ ਪ੍ਰੋਪਰ ਹੈ, ਤੁਹਾਡੇ ਇੰਟਰਵਿਊ ਦੀ ਪ੍ਰੈਪਰੇਸ਼ਨ ਪ੍ਰੋਪਰ ਕਰਵਾਈ ਗਈ ਹੈ। ਇੰਟਰਵਿਊ ਦੀ ਪ੍ਰੈਪਰੇਸ਼ਨ ਦੇ ਉੱਪਰ ਮੈਂ ਬੋਲ ਰਿਹਾ ਸੀ, ਕੋਈ ਗੱਲ ਆਪਣੀ ਪੂਰੀ ਕਰਨਾ ਚਾਹੂੰਗਾ ਕਿ ਟੂ ਦਾ ਪੁਆਇੰਟ ਆਨਸਰ ਕਰਨਾ ਹੈ, ਠੀਕ ਹੈ। ਫੋਰ ਐਗਜ਼ਾਮਪਲ ਛੋਟਾ ਜਿਹਾ ਐਗਜ਼ਾਮਪਲ ਹੈ ਕਿ ਵੀ ਸਭ ਤੋਂ ਪਹਿਲਾ ਸਵਾਲ ਯੂਐਸ ਹਾਈ ਕਮਿਸ਼ਨ 'ਚ ਪੁੱਛਿਆ ਜਾਂਦਾ, ਵਾਈ ਡੂ ਯੂ ਵਾਂਟ ਟੂ ਗੋ ਟੂ ਯੂਐਸ? Instead to give explanation of university or blah blah blah, you just need to answer in a single word, sir, for my higher education. That is all. मतलब ਇਹਦਾ ਜਿਹੜਾ ਇੰਪ੍ਰੈਸ਼ਨ ਹੈ, ਇਹਦਾ ਜਿਹੜਾ ਇੰਪੈਕਟ ਹੈ ਉਹ ਬੜਾ ਪੋਜ਼ਿਟਿਵ ਜਾਏਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਓਵਰਆਲ ਇਸ ਕੁਐਸਚਨ ਦਾ ਆਨਸਰ ਮੈਂ ਇੱਥੇ ਇੱਕ ਲਾਈਨ 'ਚ ਇੱਥੇ ਕਹਿ ਕੇ ਖਤਮ ਕਰੂੰਗਾ ਕਿ depend upon the experience of your consultant. That is all. ਬਿਲਕੁਲ ਸਰ, ਜਿਹੜੀ ਫੀਸ ਰਹਿੰਦੀ ਹੈ ਯੂਐਸਏ ਦੇ ਵਿੱਚ ਉਹ ਕਿਸ ਤਰ੍ਹਾਂ, ਮਤਲਬ ਜਿਵੇਂ ਤੁਸੀਂ ਹਰ ਇੱਕ ਕੰਟਰੀ ਆਲਮੋਸਟ ਕੈਨੇਡਾ ਐਂਡ ਯੂਕੇ ਤੁਸੀਂ ਫੀ ਆਫਟਰ ਵੀਜ਼ਾ ਆਫਰ ਕਰਦੇ ਹੋ, ਕਿ ਇਹ ਚੀਜ਼ ਯੂਐਸਏ ਵੀ ਅਵੇਲੇਬਲ ਹੈਗੀ ਹੈ ਯੂਐਸਏ ਲਈ? ਯੂਐਸਏ ਦੇ ਅੰਦਰ ਅਪ ਟੂ 90% ਯੂਨੀਵਰਸਿਟੀਜ਼ ਇਦਾਂ ਦੀਆਂ ਜਿਹੜੀ ਕਿ ਪੇਮੈਂਟ ਦਾ ਉਹਨਾਂ ਦਾ ਕਨਸੈਪਟ ਦੇ ਚਾਰਜ ਆਫਟਰ ਵੀਜ਼ਾ ਓਨਲੀ, apart from their I-20 charges, courier charges, offer letter charges, ਜਿਹੜੇ miscellaneous ਖਰਚੇ ਉਸ ਤੋਂ ਇਲਾਵਾ ਜਿਹੜਾ whereas question of tuition fee maximum universities after visa stamping ਹੋਣ ਤੋਂ ਬਾਅਦ ਹੀ ਪੇਮੈਂਟ ਚੱਲਦੇ। ਲੇਕਿਨ ਕੁਝ ਇੱਕ ਯੂਨੀਵਰਸਿਟੀਜ਼ ਇਦਾਂ ਦੀਆਂ ਵੀ ਹੈ ਸਾਡੇ ਕੋਲ ਜਿਹੜੇ ਕਿ 2 ਤੋਂ 3000 ਜਾਂ 5000 ਜਾਂ 1000 1500 ਡਾਲਰ ਐਡਵਾਂਸ ਲੈਂਦੇ। ਬਟ ਅਗਰ ਐਸੀ ਕੋਈ ਯੂਨੀਵਰਸਿਟੀ ਤੁਸੀਂ ਚੂਜ਼ ਕਰਦੇ ਹੋ ਜਾਂ ਸਾਡੀ ਟੀਮ ਵੀਜ਼ਾ ਪੁਆਇੰਟ ਆਫ ਵਿਊ ਨੂੰ ਤੁਹਾਡੇ ਸਕਸੈਸ ਰੇਟ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਡੇ ਲਈ ਚੂਜ਼ ਕਰਦੀ ਹੈ, ਤਾਂ ਉਹ ਪੈਸਾ ਜਿਹੜਾ ਉਹ ਪੇ ਕੀਤਾ ਜਾਏਗਾ ਵਿਸ਼ਵਾਸ ਇੰਟਰਨੈਸ਼ਨਲ ਵੱਲੋਂ। ਮਤਲਬ ਸਟੂਡੈਂਟਸ ਲਈ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰੋਫਾਈਲ ਹੋਵੇ, ਕਿਸੇ ਵੀ ਤਰੀਕੇ ਦੀ ਕਿਸੇ ਵੀ ਰੈਂਕ ਦੀ ਕੋਈ ਵੀ ਯੂਨੀਵਰਸਿਟੀ ਹੋਵੇ, ਪੇਮੈਂਟ ਐਡਵਾਂਸ ਜਾਂਦੀ ਹੋਵੇ ਜਾਂ ਆਫਟਰ ਵੀਜ਼ਾ ਜਾਂਦੀ ਹੋਵੇ, ਬਟ ਤੁਹਾਨੂੰ ਪੇਮੈਂਟ ਆਫਟਰ ਵੀਜ਼ਾ ਹੀ ਦੇਣੀ ਹੈ ਜੀ। ਤੇ ਸਰ ਹੁਣ ਜਰਮਨੀ ਬਾਰੇ ਗੱਲ ਕਰਨਾ ਚਾਹੂੰਗੀ। ਜਰਮਨੀ ਸਰ ਸਭ ਤੋਂ ਪਹਿਲਾਂ ਐਲੀਜੀਬਿਲਿਟੀ ਦੀ ਗੱਲ ਕਰ ਲਈਏ ਕਿ ਬੱਚਾ ਵਿਦ ਆਇਲਸ ਜਾਵੇ, ਵਿਦਆਊਟ ਆਇਲਸ ਜਾਵੇ, ਆਫਟਰ +2 ਜਾ ਰਿਹਾ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਜਾ ਰਿਹਾ ਹੈ, ਗੈਪ ਕਿੰਨਾ ਕੁ ਐਕਸੈਪਟੇਬਲ ਹੈ? ਦੇਖੋ ਜਰਮਨੀ ਦੀ ਜਿੱਥੋਂ ਤੱਕ ਗੱਲ ਹੈ, ਜਰਮਨੀ ਇਜ਼ ਅ ਵੈਰੀ ਗੁੱਡ ਡੈਸਟੀਨੇਸ਼ਨ ਫॉर द ਇੰਡੀਅਨ ਸਟੂਡੈਂਟਸ, ਬਟ ਨਾਊਡੇਜ਼ देयर इज द डिफिकल्टी विद द अनअवेलेबिलिटी ऑफ द अपॉइंटमेंट्स। पिछले बल्कि 8-9 महीनों तो स्टूडेंट बहुत खज्जल होया, खराब होया अनफॉर्चुनेटली। बट हुण एक गुड न्यूज़ ये है कि जर्मन दी जिथों तक सवाल हैगा ग्रेजुएट स्टूडेंट्स दा, दोज आर विलिंग टू गो जर्मनी फॉर द परपज ऑफ मास्टर्स डिग्री। उन्हां दे लई अपॉइंटमेंट फिलहाल ओपन है, लेकिन अगर तुसी 12th पास हो, ग्रेजुएशन ਲਈ ਉੱਥੇ ਜਾਣਾ ਚਾਹੁੰਦੇ ਹੋ, ਬੈਚਲਰ ਡਿਗਰੀ ਲਈ ਜਾਣਾ ਚਾਹੁੰਦੇ ਹੋ, ਡਿਪਲੋਮਾ ਲਈ ਜਾਣਾ ਚਾਹੁੰਦੇ ਹੋ, ਵੋਕੇਸ਼ਨਲ ਕੋਰਸ ਲਈ ਜਾਣਾ ਚਾਹੁੰਦੇ ਹੋ, kindly do not apply your application visa for German, reason being कि ਤੁਹਾਨੂੰ अपॉइंटमेंट नहीं मिलेगी, ना पोर्टल ਤੇ ਮਿਲੇਗੀ, ਨਾ ਕੈਲੰਡਰ ਤੇ ਮਿਲੇਗੀ, ਨਾ ਵੈਬਸਾਈਟ ਤੇ ਮਿਲੇਗੀ, ਨਾ ਕਿਸੇ ਹੋਰ ਸੋਰਸ ਤੋਂ ਮਿਲੇਗੀ, ਨਾ ਹੀ ਬਲੈਕ ਦੇ ਵਿੱਚ ਮਿਲੇਗੀ, ਕਿਸੇ ਵੀ ਤਰੀਕੇ ਨਾਲ ਨਹੀਂ ਮਿਲੇਗੀ। ਬਟ ਜੇਕਰ ਤੁਸੀਂ ਗ੍ਰੈਜੂਏਟ ਸਟੂਡੈਂਟ ਹੋ, ਮਾਸਟਰ ਡਿਗਰੀ ਲਈ ਜਾਣਾ ਚਾਹੁੰਦੇ ਹੋ, ਬੇਸ਼ੱਕ ਤੁਸੀਂ ਆਇਲਸ ਕੀਤੀ ਹੈ, ਆਇਲਸ ਨਹੀਂ ਕੀਤੀ, ਸਕਸੈਸ ਰੇਟ ਬਹੁਤ ਵਧੀਆ ਹੈ, अपॉइंटमेंट ਦੀ ਅਵੇਲੇਬਿਲਿਟੀ ਹੈ,
और लगभग ये मान के चलो कि मोर देन या अप टू 98% सक्सेस रेट है जर्मनी ਦਾ ਵੀਜ਼ਾ ਦਾ। ਰੀਜ਼ਨ ਬੀਇੰਗ ਕਿ ਕੈਨੇਡਾ ਜਿਸ ਤਰ੍ਹਾਂ GIC ਜਾਂਦੀ ਹੈ, ਇੱਥੇ ਬਲੌਕ ਅਕਾਊਂਟ ਦੇ ਵਿੱਚ ਕਰੀਬਨ 9 ਤੋਂ 10 ਲੱਖ ਰੁਪਏ ਤੁਹਾਡਾ ਹੋਲਡ ਕੀਤਾ ਜਾਂਦਾ ਹੈ और एक नॉर्मल जो इंटरव्यू है, सक्सेस रेट बहुत अच्छा, और ना ही सक्सेस रेट अच्छा है बल्कि पोस्ट स्टडी वर्क और PR ਦੇ ਚਾਂਸਸ ਵੀ ਬਹੁਤ ਵਧੀਆ ਹੈ ਔਰ ਪਾਰਟ ਟਾਈਮ ਜੌਬ ਓਪਰਚੁਨਿਟੀਜ਼ ਵੀ ਬਹੁਤ ਅੱਛੀਆਂ ਜਰਮਨ ਚ। ਜੀ ਸਰ, ਬੱਚਾ ਜਦੋਂ ਆਪਣਾ ਪ੍ਰੋਗਰਾਮ ਉਹਨੇ ਇੱਥੋਂ ਚੂਜ਼ ਕਰਨਾ ਹੈ ਕਿ ਵੀ ਜਰਮਨੀ ਜਾ ਕੇ ਉਹਨੇ ਕੀ ਪੜ੍ਹਨਾ ਹੈ, ਕਿਸ ਬੇਸਿਸ ਤੇ ਉਹ ਡਿਸੀਜਨ ਲੈਂਦਾ ਹੈ ਕਿ ਵੀ ਪੋਸਟ ਗ੍ਰੈਜੂਏਟ ਮਤਲਬ 1 ਈਅਰ ਡਿਪਲੋਮਾਸ ਹੋ ਗਏ ਜਾਂ 2 ਇਅਰਸ ਦੀ ਡਿਗਰੀ, ਕਿਸ ਤਰ੍ਹਾਂ ਮਤਲਬ ਬੱਚਾ ਡਿਸੀਜਨ ਮੇਕ ਆਊਟ ਕਰਦਾ ਹੈ? ਯੂਜੂਅਲੀ ਕਿਉਂਕਿ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਅੱਜ ਦੀ ਜਿਹੜੀ ਕੰਡੀਸ਼ਨ ਹੈ, ਅੱਜ ਦੀ ਸਿਚੁਏਸ਼ਨ, ਅੱਜ ਦੇ ਹਾਲਾਤ ਦੇ ਵਿੱਚ ਨॉन ਅਵੇਲੇਬਿਲਿਟੀ ਆਫ ਅਪਾਇੰਟਮੈਂਟ ਦੇ ਚਲਦੇ ਮੈਂ ਤੁਹਾਨੂੰ 12th ਪਾਸ ਬੱਚੇ ਨੂੰ ਤਾਂ ਕੁਝ ਵੀ ਆਪਾਂ ਰეკਮੈਂਡ ਹੀ ਨਹੀਂ ਕਰਦੇ। ਅਗਰ ਮੇਰੇ ਕੋਲ ਤੁਸੀਂ ਆਓਗੇ ਕਿ ਮੈਂ 12th ਪਾਸ ਔਰ ਜਰਮਨ ਜਾਣਾ ਚਾਹੁੰਦਾ, ਆਪਾਂ ਦੂਰੋਂ ਹੀ ਸਤਿ ਸ਼੍ਰੀ ਅਕਾਲ ਕਰ ਦਾਂਗੇ। ਕਾਈਂਡਲੀ ਇਦਾਂ ਦੇ ਸਟੂਡੈਂਟ ਅਪਰੋਚ ਵੀ ਨਾ ਕਰਨ ਕਿਉਂਕਿ ਸਿਰਫ ਔਰ ਸਿਰਫ ਤੁਹਾਡਾ ਔਰ ਸਾਡਾ ਟਾਈਮ ਹੀ ਵੇਸਟ ਹੋਏਗਾ, ਐਂਡ ਆਫ ਦਾ ਡੇ ਰਿਜ਼ਲਟ ਕੁਝ ਨਹੀਂ ਨਿਕਲੇਗਾ। ਬਟ ਇਫ ਯੂ ਆਰ ਗ੍ਰੈਜੂਏਟ ਸਟੂਡੈਂਟ, ਉਹਦੇ ਸਾਡੀ ਟੀਮ ਦੋ ਤਰੀਕੇ ਨਾਲ ਅਸੈਸਮੈਂਟ ਕਰਦੀ ਹੈ। ਇੱਕ ਤਾਂ ਤੁਹਾਡਾ ਏਰੀਆ ਆਫ ਇੰਟਰਸਟ ਦੇਖਿਆ ਜਾਂਦਾ ਕਿਉਂਕਿ ਗ੍ਰੈਜੂਏਟ ਸਟੂਡੈਂਟ ਜਿਹੜਾ ਉਹ ਇਨਫ ਮੈਚੁਰ ਸਟੂਡੈਂਟ ਹੁੰਦਾ ਔਰ ਉਹਦਾ ਜਿਹੜਾ ਲੈਵਲ ਆਫ ਮੈਚੁਰਿਟੀ ਹੈ, ਹੀ ਔਰ ਸ਼ੀ ਇਜ਼ ਏਬਲ ਟੂ ਚੂਜ਼ देयर ਕੋਰਸਸ ਔਨ ਦਾ ਬਿਹਾਫ ਆਫ ਦੈਮਸੈਲਫ ਓਨਲੀ। ਲੇਕਿਨ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਜਾਂ ਸਾਡੀ ਟੀਮ ਨੂੰ ਲੱਗਦਾ ਹੈ ਕਿ ਇੱਕ BCom ਗ੍ਰੈਜੂਏਟ ਸਟੂਡੈਂਟ ਕੋਈ ਟੈਕਨੀਕਲ ਕੋਰਸਸ ਆ ਰਿਹਾ ਤੇ ਆਪਾਂ ਉਹਨੂੰ ਅਕਾਊਂਟਿੰਗ ਤੋਂ, ਫਾਈਨਾਂਸ ਤੋਂ ਜਾਂ ਮਾਸਟਰ MBA ਦਾ ਤੋਂ ਮਾਰਕੀਟਿੰਗ ਵਗੈਰਾ ਦਾ ਕੋਈ ਕੋਰਸ ਉਹਨੂੰ ਦਿੰਦੇ ਆ, ਉਹਦੇ ਲਈ ਸਾਡੇ ਕੋਲ ਬੜੀ ਹਰੇਕ ਬ੍ਰਾਂਚ ਦੇ ਵਿੱਚ ਜਿੰਨੇ ਵੀ ਸਾਡੇ 7-8-9 ਬ੍ਰਾਂਚਸ ਹੈਗੀਆਂ ਪ੍ਰੋਫੈਸ਼ਨਲ ਲੋਕਾਂ ਦੀ ਟੀਮ ਬੈਠੀ ਹੈ। ਜਿਸ ਤਰ੍ਹਾਂ ਕਿ ਅਮਰੀਕਾ ਦੇ ਅੰਦਰ ਹੈ, ਮੈਂ ਹੁਣੇ ਦੱਸ ਕੇ ਹਟਿਆ, ਸਾਡੇ ਕੋਲ ਸਾਰੇ ਟਾਈ ਅਪ ਡਾਇਰੈਕਟ ਹੈ ਔਰ ਸਾਡਾ ਸਟਾਫ ਜਿਹੜਾ ਵੈਲ ਟ੍ਰੇਨਡ ਬਾਈ ਦਾ ਯੂਨੀਵਰਸਿਟੀਜ਼ ਐਂਡ ਕਾਲਜਸ ਹੁੰਦਾ ਹੈ। ਪਲੱਸ ਸਾਡੇ ਕੋਲ ਪੋਰਟਲਸ ਹੈ, ਤੁਹਾਨੂੰ ਪ੍ਰੋਪਰ ਗਾਈਡਲਾਈਨ ਮਿਲੇਗੀ, ਪ੍ਰੋਪਰ ਗਾਈਡੈਂਸ ਮਿਲੇਗੀ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਬਟ ਇਹ ਉਹੀ ਜੇਕਰ ਤੁਸੀਂ ਪੜ੍ਹਨ ਵਾਸਤੇ ਜਰਮਨੀ ਜਾਣਾ ਚਾਹੁੰਦੇ ਹੋ। ਜੇਕਰ ਤੁਸੀਂ ਜਰਮਨੀ ਜਾਣਾ ਚਾਹੁੰਦੇ ਹੋ ਫਿਰ ਤੁਹਾਨੂੰ ਕੋਈ ਵੀ ਕੋਰਸ ਦੇ ਦਿੱਤਾ ਜਾਏ, ਇਟਸ ਹਾਰਡਲੀ ਮੈਟਰ। ਬਿਲਕੁਲ ਸਰ, ਕੀ ਕੋਈ ਲੈਂਗੁਏਜ ਕੋਰਸ ਵੀ ਮੈਂਡੇਟਰੀ ਰਹਿੰਦਾ ਹੈ ਜਰਮਨੀ ਜਾਣ ਦੇ ਲਈ? ਨਹੀਂ, ਨਾਟ ਐਟ ਆਲ, ਬਿਕਾਜ਼ देयर ਆਰ ਟੂ ਟਾਈਪ ਆਫ ਸਟੱਡੀ ਇਨ ਦਾ ਜਰਮਨ। ਇੱਕ ਤੁਹਾਡੀ ਜਰਮਨ ਲੈਂਗੁਏਜ ਦੇ ਵਿੱਚ ਸਟੱਡੀਜ਼ ਹੁੰਦੀਆਂ, ਇੱਕ ਇੰਟਰਨੈਸ਼ਨਲ ਸਟੂਡੈਂਟ ਜੋ ਕਿ ਯੂਜੂਅਲੀ ਚੂਜ਼ ਕਰਦਾ ਉਹ ਇੰਗਲਿਸ਼ ਲੈਂਗੁਏਜ ਸਟੱਡੀਜ਼ ਦੇ ਅੰਦਰ ਕਰਦਾ। ਤੇ ਉੱਥੇ ਦੋ ਪਾਰਟ ਹੈ। ਕੁਝ ਯੂਨੀਵਰਸਿਟੀਜ਼ ਇਦਾਂ ਦੀਆਂ ਜਿਹੜੀ ਕਿ ਸਿਰਫ ਔਰ ਸਿਰਫ ਆਇਲਸ ਦੇ ਬੇਸ ਤੇ ਸਟੂਡੈਂਟ ਨੂੰ ਰਿਕਰੂਟ ਕਰਦੀਆਂ, ਬਟ ਕੁਝ ਇੱਕ ਯੂਨੀਵਰਸਿਟੀਜ਼ ਇਦਾਂ ਦੀਆਂ ਜਿਹੜੀਆਂ ਸਿਰਫ MOI ਦੇ ਬੇਸ ਤੇ ਜਾਂ ਕਿ ਇੰਟਰਵਿਊ ਦੇ ਬੇਸ ਤੇ ਜਾਂ ਕਿ ਪਰਸੈਂਟੇਜ ਦੇ ਬੇਸ ਤੇ ਡਾਇਰੈਕਟ ਤੁਹਾਨੂੰ ਅਨਕੰਡੀਸ਼ਨਲ ਆਫਰ ਲੈਟਰ ਦਿੰਦੇ। ਬਿਲਕੁਲ ਸਰ, ਜਿਵੇਂ ਤੁਸੀਂ ਦੱਸਿਆ ਕਿ ਅਪਾਇੰਟਮੈਂਟਸ ਦੇ ਵਿੱਚ ਕਾਫੀ ਦਿੱਕਤ ਆ ਰਹੀ ਹੈ, ਜੇ ਬੱਚੇ ਨੇ ਟਰੈਵਲ ਕਰਨਾ ਹੋਵੇ ਜਰਮਨੀ, ਟਰੈਵਲ ਨੂੰ ਲੈ ਕੇ ਕੀ ਗਾਈਡਲਾਈਨਸ ਨੇ ਸਰ ਇਸ ਵੇਲੇ? ਨੋ ਪ੍ਰੋਬਲਮ ਐਟ ਆਲ। ਵਾਂਸ ਵੀਜ਼ਾ ਹੈਜ਼ ਬੀਨ ਸਟੈਂਪਡ ਬਾਈ ਦਾ ਯੂਨੀਵਰਸਿਟੀ ਤਾਂ ਤੁਸੀਂ ਟਿਕਟ ਲੈ ਕੇ ਸਟ੍ਰੇਟ ਅਵੇ ਜਾ ਸਕਦੇ ਹੋ। ਸਰ ਐਨੀ ਰਿਕੁਆਇਰਮੈਂਟ ਮਤਲਬ ਕੁਆਰੰਟਾਈਨ ਨੂੰ ਲੈ ਕੇ ਜਾਂ ਕੋਵਿਡ ਦੀ ਵੈਕਸੀਨੇਸ਼ਨ ਨੂੰ ਲੈ ਕੇ ਇਸ ਤਰ੍ਹਾਂ ਦੀ ਕੋਈ ਗਾਈਡਲਾਈਨਸ ਆਈਆਂ ਹੋਈਆਂ ਨੇ? ਦੋਨੋਂ ਦੇ ਦੋਨੋਂ ਵੈਕਸੀਨੇਟਡ ਬੱਚਾ ਹੋਣਾ ਚਾਹੀਦਾ ਹੈ, ਠੀਕ ਹੈ। ਕੋਵਿਡ ਸ਼ੀਲਡ ਔਰ ਸੈਕੰਡ ਵਨ ਜਿਹੜੇ ਵੀ ਡੋਜ਼ ਹੈਗੀ ਹੈ। ਪਲੱਸ ਕੁਆਰੰਟਾਈਨ ਦੇ ਲਈ ਕੋਈ ਇਹਨਾਂ ਦੀ ਕੋਈ ਬਾਉਂਡੇਸ਼ਨ ਨਹੀਂ ਹੈ, 7-8 ਦਿਨ ਰਹਿਣਾ ਹੈ। ਬਟ ਤੁਸੀਂ ਕਿਤੇ ਵੀ ਆਪਣੇ ਕਿਸੇ ਵੀ ਰਿਲੇਟਿਵ ਦੇ ਕੋਲ ਜਾਂ ਆਪਣੇ ਮਿੱਤਰ ਕੋਲ ਜਾਂ ਜਿੱਥੇ ਵੀ ਤੁਸੀਂ ਸਟੇ ਕਰ ਰਹੇ ਹੋ ਉੱਥੇ ਤੁਸੀਂ ਸਟੇ ਕਰ ਸਕਦੇ ਹੋ। ਬਿਲਕੁਲ ਸਰ, ਗੱਲ ਕਰੀਏ ਫੰਡਸ ਦੀ, ਇੱਥੇ ਬਹੁਤ ਵਾਰੀ ਜਿਵੇਂ ਕੈਨੇਡਾ ਲਈ ਜਿਵੇਂ ਤੁਸੀਂ ਦੱਸਦੇ ਹੋ ਵੀ GIC ਖੁਲਾਉਣਾ ਪੈਂਦਾ, ਉੱਥੇ ਇੱਥੇ ਬਲੌਕ ਅਕਾਊਂਟ ਚਾਹੀਦਾ ਹੈ ਬੱਚੇ ਨੂੰ, ਤਾਂ ਫੰਡਸ ਦੀ ਕਿਤੇ ਨਾ ਕਿਤੇ ਕਮੀ ਰਹਿੰਦੀ ਹੈ, ਪੇਰੈਂਟਸ ਕੋਲ ਘੱਟ ਰਹਿੰਦੀ ਹੈ। ਜਿਹੜੀ ਫੀਸ ਹੈ ਉਹ ਬੱਚਾ ਕਦੋਂ ਪੇ ਕਰੇਗਾ? ਪਹਿਲਾਂ ਪੇ ਕਰੇਗਾ ਜਾਂ ਵੀਜ਼ਾ ਆਉਣ ਤੋਂ ਬਾਅਦ ਪੇ ਕਰੇਗਾ? ਦੇਖੋ, as per rules of the German immigration, yes, after getting the offer letter, student need to pay at least 6 month tuition fee in advance to the university's account. But again, ਜਿਸ ਤਰ੍ਹਾਂ ਕਿ ਵਿਸ਼ਵਾਸ ਇੰਟਰਨੈਸ਼ਨਲ ਬਹੁਤ ਸਾਰੇ ਕੰਟਰੀਜ਼ ਦੇ ਵਿੱਚ, ਇਨਫੈਕਟ ਹਰੇਕ ਕੰਟਰੀ ਦੇ ਵਿੱਚ ਇਹ ਫੈਸਿਲਿਟੀ ਆਪਸ਼ਨ ਸਟੂਡੈਂਟਸ ਨੂੰ ਦਿੰਦਾ ਹੈ, ਤੇ ਜਰਮਨ 'ਚ ਵੀ ਤੁਹਾਨੂੰ ਇਹ ਫੈਸਿਲਿਟੀ ਅਵੇਲੇਬਲ ਹੈ ਕਿ ਅਪਾਰਟ ਫਰੋਮ ਯੂਅਰ ਬਲੌਕ ਅਕਾਊਂਟ ਜੋ ਕਿ GIC ਜਾਂ ਲਿਵਿੰਗ ਕਾਸਟ ਕੁਝ ਵੀ ਕਹਿ ਸਕਦੇ ਹੋ ਉਹਨੂੰ, ਟਿਊਸ਼ਨ ਫੀਸ we will pay on your behalf, that is optional. Again, ਜੇਕਰ ਤੁਸੀਂ step by step process ਕਰਨਾ ਚਾਹੁੰਦੇ ਹੋ, it's your wish, you are most welcome with this option as well. But otherwise ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਵੀਜ਼ਾ ਨਹੀਂ ਆਏਗਾ ਜਾਂ ਕੱਲ ਨੂੰ ਪੈਸੇ ਫਸ ਜਾਣਗੇ, ਅਪਾਇੰਟਮੈਂਟ ਨੂੰ ਦਿੱਕਤ ਆਏਗੀ, ਡਿਲੇ ਹੋ ਸਕਦਾ ਕਿਸੇ ਵੀ ਚੀਜ਼ ਨੂੰ ਲੈ ਕੇ, ਤਾਂ ਫੀਸ ਐਕਚੁਅਲੀ ਐਡਵਾਂਸ ਜਾਏਗੀ, but we can pay or we will pay on the behalf of student. ਓਕੇ, ਮਤਲਬ ਆਪਸ਼ਨ ਪ੍ਰੋਵਾਈਡਡ ਹੈਗਾ, ਜਿਹੜਾ ਵੀ ਬੱਚੇ ਨੂੰ ਕਨਵੀਨੀਅੰਟ ਲੱਗਦਾ ਉਹ ਆਪਟ ਕਰ ਸਕਦਾ ਹੈ। ਐਗਜ਼ੈਕਟਲੀ ਜੀ ਸਰ, ਆਸਟ੍ਰੇਲੀਆ ਦਾ ਜ਼ਿਕਰ ਕਰਨਾ ਚਾਹੂੰਗੀ। ਆਸਟ੍ਰੇਲੀਆ ਟਰੈਵਲ ਨੂੰ ਲੈ ਕੇ ਕੀ ਕੋਈ ਨਵੀਂ ਅਪਡੇਟ ਆਈ ਹੈ ਰੀਸੈਂਟਲੀ?
ਦੇਖੋ ਜੀ ਇਹ ਅਪਡੇਟ ਕਰੀਬ ਚੌਥੀ ਜਾਂ ਪੰਜਵੀਂ ਵਾਰ ਆ ਰਹੀ ਹੈ ਕਿ 2-3 ਮਹੀਨੇ ਬਾਅਦ ਆਸਟ੍ਰੇਲੀਆ ਖੁੱਲਣ ਵਾਲਾ ਹੈ, ਬਟ ਇਸ ਵਾਰ ਪੂਰੀ ਉਮੀਦ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਜੋ ਨਿਊਜ਼ ਵਾਇਰਲ ਹੋ ਰਹੀ ਹੈ ਉਹ ਯੂਨੀਵਰਸਿਟੀਜ਼ ਵੱਲੋਂ ਵੀ ਸਾਨੂੰ ਇਹ ਇਨਫੋਰਮੇਸ਼ਨ ਆਈ ਹੈ। ਔਰ ਅਗਰ ਤੁਸੀਂ ਕੁਝ ਐਸੇ ਸਟੂਡੈਂਟ ਹੈ ਜਿਹੜੇ ਸਿਰਫ ਔਰ ਸਿਰਫ ਆਸਟ੍ਰੇਲੀਆ ਜਾਣ ਦੇ ਚਾਹਵਾਨ ਹੈ, ਉਹ ਆਪ ਦਾ ਇਹ ਬਿਲਕੁਲ ਰਾਈਟ ਟਾਈਮ ਹੈ ਤੁਹਾਡਾ ਵੀਜ਼ਾ ਅਪਲਾਈ ਕਰਨ ਦਾ, ਕਿਉਂਕਿ ਕਮਿੰਗ ਇਨਟੇਕ ਜਿਹੜਾ ਅਸੀਂ ਬੱਚਿਆਂ ਨੂੰ ਅਡਾਪਟ ਕਰਨ ਨੂੰ ਕਹਿ ਰਹੇ ਹਾਂ ਉਹ ਫੈਬਰੂਅਰੀ ਇਨਟੇਕ ਹੈ ਔਰ ਤੁਸੀਂ ਫੁੱਲ ਪੇਮੈਂਟ ਆਸਟ੍ਰੇਲੀਆ ਦੇ ਵਿੱਚ ਵੀ ਦੇ ਸਕਦੇ ਹੋ ਵੀਜ਼ਾ ਲੱਗਣ ਤੋਂ ਬਾਅਦ। ਸਰ ਜਿਵੇਂ ਕੈਨੇਡਾ ਲਈ ਅਸੀਂ ਦੇਖਦੇ ਹਾਂ ਵੀ 3 ਤੋਂ 4 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਚਾਹੀਦਾ ਹੀ ਚਾਹੀਦਾ ਹੈ। ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਕਿਉਂਕਿ ਅਸੀਂ ਇਹ ਸੁਣਦੇ ਆ ਰਹੇ ਸੀ ਕਿ ਵੀ ਟਰੈਵਲ ਬੰਦ ਆ, ਵੀਜ਼ਾਸ ਵੀ ਨਹੀਂ ਮਿਲ ਰਹੇ, ਕਿ ਵੀਜ਼ਾਸ ਮਿਲ ਰਹੇ ਨੇ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਵੀ ਸਕਸੈਸ ਰੇਟ ਸਹੀ ਚੱਲ ਰਿਹਾ ਹੈ, ਬਟ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ, ਬਟ ਕਲਾਸਿਸ ਆਨਲਾਈਨ ਹੈ। ਬਟ ਅੱਜ ਦੀ ਘੜੀ ਜਿਸ ਤਰ੍ਹਾਂ ਕਿ ਪੂਰੀ ਉਮੀਦ ਹੈ ਕਿ ਅਗਲੇ ਆਉਣੇ ਵਾਲੇ 2-3 ਮਹੀਨੇ ਦੇ ਵਿੱਚ ਫਲਾਈਟਸ ਖੁੱਲਣ ਦੀ ਆਊਟ ਆਫ 100% ਉਮੀਦ ਹੈ। ਤੇ ਪ੍ਰੋਸੈਸਿੰਗ ਟਾਈਮ ਦਾ ਜਿੱਥੋਂ ਤੱਕ ਸਵਾਲ ਹੈ ਕਿ ਵਿਸ਼ਵਾਸ ਇੰਟਰਨੈਸ਼ਨਲ ਡੀਲ ਕਰਦਾ ਅਸੈਸਮੈਂਟ ਲੈਵਲ 1 ਦੇ ਕਾਲਜਸ ਔਰ ਯੂਨੀਵਰਸਿਟੀਜ਼ ਦੇ ਨਾਲ, ਔਰ ਇਹਨਾਂ ਦਾ ਪ੍ਰੋਸੈਸਿੰਗ ਟਾਈਮ ਕੁਛ ਇੱਕ ਇਦਾਂ ਦੇ ਕਾਲਜ ਯੂਨੀਵਰਸਿਟੀ ਸਾਡੇ ਕੋਲ ਹੈ ਜਿਹੜੇ ਕਿ 2 ਤੋਂ 3 ਵਰਕਿੰਗ ਡੇਜ਼ ਚ ਆਫਰ ਲੈਟਰ ਦੇ ਦਿੰਦੇ ਆ। ਅਦਰਵਾਈਜ਼ within 2 working weeks we will get your offer letter from the university। ਉਸ ਤੋਂ ਬਾਅਦ ਜਿਹੜਾ GT criteria ਦਾ process ਹੈ it will take another 7 to 10 working days, ਔਰ once you will get approval from the university ਉੱਥੋਂ ਹਰੀ ਝੰਡੀ ਮਿਲ ਗਈ, ਗ੍ਰੀਨ ਸਿਗਨਲ ਮਿਲ ਗਿਆ। ਫਿਰ ਡਿਪੈਂਡ ਕਰਦਾ ਜੇਕਰ ਤੁਸੀਂ ਸਟੈਪ ਬਾਈ ਸਟੈਪ ਪ੍ਰੋਸੈਸ ਕੀਤਾ ਕਿ ਤੁਸੀਂ ਕਿੰਨੇ ਦੇਰ ਚ ਆਪਣਾ ਫੀਸ ਟ੍ਰਾਂਸਫਰ ਕਰਦੇ ਹੋ, ਔਰ ਅਗਰ ਤੁਸੀਂ ਸਟੈਪ ਬਾਈ ਸਟੈਪ ਨਹੀਂ ਕੀਤਾ ਪੈਕੇਜ ਸਿਸਟਮ ਨਾਲ ਕੀਤਾ ਤਾਂ ਵਿਸ਼ਵਾਸ ਇੰਟਰਨੈਸ਼ਨਲ ਦਾਵਾ ਕਰਦਾ within 24 hours we will pay your tuition fee to the university on behalf of student। ਉਸ ਤੋਂ ਬਾਅਦ COE ਆਏਗੀ, ਇੰਸ਼ੋਰੈਂਸ ਦਾ ਪੈਸਾ ਜਾਏਗਾ। ਮਤਲਬ ਓਵਰਆਲ ਇਹ ਮੰਨ ਕੇ ਚੱਲੋ ਕਿ ਵੀਜ਼ਾ ਲੈਣ ਅਪਲਾਈ ਕਰ ਆਫਰ ਲੈਟਰ ਅਪਲਾਈ ਕਰਨ ਤੋਂ ਲੈ ਕੇ ਵੀਜ਼ਾ ਲੈਣ ਤੱਕ ਦਾ ਪ੍ਰੋਸੈਸ ਮੈਕਸਿਮਮ 3 ਮਹੀਨੇ ਔਰ ਮਿਨੀਮਮ 2 ਮਹੀਨੇ ਤੱਕ ਦਾ ਹੋ ਜਾਂਦਾ, ਇੰਕਲੂਡਿੰਗ ਪ੍ਰੋਸੈਸਿੰਗ ਟਾਈਮ ਆਫ ਹਾਈ ਕਮਿਸ਼ਨ। ਓਕੇ ਸਰ, ਕੁਝ ਟਾਈਮ ਪਹਿਲਾਂ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਕਿ ਜਿਹੜੇ ਲੈਵਲ 1 ਕਾਲਜਸ ਨੇ ਉਹ 2018-19 ਪਾਸ ਆਊਟ ਵਾਲਿਆਂ ਨੂੰ ਐਂਟਰਟੇਨ ਨਹੀਂ ਕਰਨਗੇ, ਕਿ ਐਦਾਂ ਦਾ ਵਾਕਈ ਇਸ ਸਿਨੈਰੀਓ ਹੈ? 18-19 ਵਾਲੇ ਨਹੀਂ ਅਪਲਾਈ ਕਰ ਸਕਦੇ? ਸਵਾਲ ਇਹ ਨਹੀਂ ਹੈ ਕਿ ਕੌਣ ਐਂਟਰਟੇਨ ਕਰੇਗਾ ਔਰ ਕੌਣ ਐਂਟਰਟੇਨ ਨਹੀਂ ਕਰੇਗਾ। ਅਗਰ ਤੁਸੀਂ 12th ਪਾਸ ਹੋ ਔਰ 2018-19 ਪਾਸ ਆਊਟ ਹੋ ਤਾਂ ਮੈਂ ਤੁਹਾਨੂੰ ਸਟਰੋਂਗਲੀ ਰეკਮੈਂਡ ਕਰਦਾ ਕਿ ਡੂ ਨਾਟ ਅਪਲਾਈ ਫॉर ਆਸਟ੍ਰੇਲੀਆ, ਕਿਉਂਕਿ ਅਗਰ ਤੁਸੀਂ ਵੋਕੇਸ਼ਨਲ ਕੋਰਸ ਦੇ ਅੰਦਰ ਡਿਪਲੋਮਾ ਦੇ ਅੰਦਰ ਤੁਸੀਂ ਐਡਮਿਸ਼ਨ ਲੈ ਵੀ ਲਿਆ, COE ਲੈ ਵੀ ਲਈ, ਫਾਈਨਲ ਟਾਰਗੇਟ ਜਿਹੜਾ ਫਾਈਨਲ ਡੈਸਟੀਨੇਸ਼ਨ ਆਸਟ੍ਰੇਲੀਆ ਪਹੁੰਚਣਾ, ਨਾ ਕਿ ਐਮਬੈਸੀ ਪਹੁੰਚਣਾ। ਤੇ ਜੇਕਰ ਤੁਸੀਂ 18 ਪਾਸ ਆਊਟ ਹੋ, 19 ਪਾਸ ਆਊਟ ਹੋ, ਤੁਸੀਂ ਆਪ ਦਾ ਆਸਟ੍ਰੇਲੀਆ ਦਾ ਵੀਜ਼ਾ ਕਾਈਂਡਲੀ ਨਾ ਅਪਲਾਈ ਕਰ ਰਹੇ ਹੋ ਕਿਉਂਕਿ ਰਿਜੈਕਸ਼ਨ ਦੇ ਚਾਂਸਸ ਜ਼ਿਆਦਾ ਰਹਿਣਗੇ। ਬਟ ਹਾਂ, ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਡ੍ਰੀਮ ਡੈਸਟੀਨੇਸ਼ਨ ਸਿਰਫ ਔਰ ਸਿਰਫ ਆਸਟ੍ਰੇਲੀਆ, ਤੁਸੀਂ 18-19 ਪਾਸ ਆਊਟ ਹੋ, ਇੱਕ ਵਾਰ ਆਪਣੇ ਡਾਕੂਮੈਂਟ ਲੈ ਕੇ ਸਾਡੇ ਆਫਿਸ ਵਿਜ਼ਿਟ ਕਰੋ ਜਾਂ ਕਿ ਤੁਸੀਂ ਆਨਲਾਈਨ ਅਸੈਸਮੈਂਟ ਲਈ ਸਾਨੂੰ ਡਾਕੂਮੈਂਟ ਭੇਜੋ। ਬਟ ਮੈਂ ਚੀਜ਼ ਪਹਿਲੇ ਹੀ ਕਹਿ ਰਿਹਾ ਕਿ ਵੋਕੇਸ਼ਨਲ ਕੋਰਸਸ ਦੇ ਅੰਦਰ ਜੇਕਰ ਅਸੀਂ ਸਟੂਡੈਂਟ ਦੇ ਪਰਸੈਂਟੇਜ, ਸਟੂਡੈਂਟ ਦੇ ਸਬਜੈਕਟ, ਸਟੂਡੈਂਟ ਦਾ ਬੋਰਡ ਕਿਹੜਾ, ਉਹ ਸਾਰੀ ਚੀਜ਼ਾਂ ਨੂੰ ਮੱਦੇਨਜ਼ਰ ਕਰਦੇ ਹੋਏ ਅਗਰ ਸਾਡੀ ਟੀਮ ਅਸੈਸਮੈਂਟ ਕਰੇਗੀ ਤਾਂ ਵੀ ਅਸੀਂ ਫੁੱਲ ਪੇਮੈਂਟ ਆਫਟਰ ਵੀਜ਼ਾ ਦਾ ਆਪਸ਼ਨਸ ਦੇ ਸਕਦੇ ਹਾਂ। ਬਟ ਇਹਦੇ ਵਿੱਚ ਜਿਹੜਾ ਸਕਸੈਸ ਰੇਟ ਹੈ ਉਹ ਬਹੁਤ ਜ਼ਿਆਦਾ ਅੱਛਾ ਨਹੀਂ ਹੈ, 60% ਤੋਂ ਜ਼ਿਆਦਾ ਸਕਸੈਸ ਰੇਟ ਨਹੀਂ ਰਹੇਗਾ। ਜੀ ਸਰ, ਆਸਟ੍ਰੇਲੀਆ ਦੇ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਓਵਰਆਲ 5.5 ਜਾਂ 5.5 ਇਨ 2 ਔਰ 3 ਮੋਡਿਊਲਸ ਵਾਲੇ ਬੱਚੇ ਬਹੁਤ ਨੇ ਜਿਹੜੇ ਕੈਨੇਡਾ ਅਪਲਾਈ ਨਹੀਂ ਕਰ ਸਕਦੇ। ਉਹਨਾਂ ਬੱਚਿਆਂ ਲਈ ਆਸਟ੍ਰੇਲੀਆ ਦਾ ਰਾਹ ਖੁੱਲ੍ਹਾ ਹੈ? Exactly, ਬਿਲਕੁਲ ਖੁੱਲ੍ਹਾ ਹੈ ਜੀ, ਬਟ they are welcome to apply for vocational courses, but unfortunately these kind of students are not eligible to get offer letter from any bachelor program or master's program। ਔਰ ਜਿੱਥੋਂ ਤੱਕ ਤੁਸੀਂ 18-19 ਪਾਸ ਆਊਟ ਦੀ ਗੱਲ ਕਰ ਰਹੇ ਸੀ ਕਿ ਸਟੂਡੈਂਟ ਜਿਹੜੇ ਕਿ ਜੋ ਕਿ ਮਾਸਟਰ ਡਿਗਰੀ ਲਈ ਜਾਣਾ ਚਾਹੁੰਦੇ ਆ, ਗ੍ਰੈਜੂਏਸ਼ਨ ਤੋਂ ਬਾਅਦ ਬੇਸ਼ੱਕ 5, 7, 8, 9, 10 ਸਾਲ ਤੱਕ ਦਾ ਵੀ ਗੈਪ ਹੈ ਔਰ ਉਹਦੀ ਜਸਟੀਫਿਕੇਸ਼ਨ ਹੈ ਤੇ ਉਹ ਐਕਸੈਪਟੇਬਲ ਹੈ ਆਸਟ੍ਰੇਲੀਆ ਲਈ। ਬਿਲਕੁਲ ਸਰ, ਜਦੋਂ ਅਸੀਂ ਦੇਖਿਆ ਸੀ ਕਿ ਵੀਜ਼ਾਸ ਬੰਦ ਸੀਗੇ, ਬਹੁਤ ਸਾਰੇ ਬੱਚਿਆਂ ਨੇ ਮਤਲਬ ਵੀਜ਼ਾ ਨਹੀਂ ਸੌਰੀ ਟਰੈਵਲ ਬੰਦ ਸੀਗਾ ਤੇ ਹੱਲੇ ਵੀ ਹੈ, ਬਟ ਬਹੁਤ ਸਾਰੇ ਬੱਚੇ ਆਨਲਾਈਨ ਕਲਾਸਿਸ ਲਾ ਰਹੇ ਸੀ। ਉਹਨਾਂ ਚੋਂ ਕਈ ਨੇ ਜਿਹੜੇ ਡੈਫਰ ਲਿਆ ਹੈ ਜਿਨ੍ਹਾਂ ਨੇ, ਤਾਂ ਜਿਹੜੇ ਬੱਚਿਆਂ ਨੇ ਡੈਫਰ ਲੈ ਚੁੱਕੇ ਨੇ, ਜਿਨ੍ਹਾਂ ਦਾ ਕਈਆਂ ਦਾ ਲਾਸਟ ਵੀ ਹੈਗਾ, ਉਹਨਾਂ ਲਈ ਕੀ ਸਕੋਪ ਹੈ ਕਿ ਉਹਨਾਂ ਨੂੰ ਯੂਨੀਵਰਸਿਟੀ ਜਾਂ ਐਮਬੈਸੀ ਵੱਲੋਂ ਰੀਕਨਸੀਡਰ ਕੀਤਾ ਜਾਏਗਾ? ਦੇਖੋ, ਰੀਕਨਸੀਡਰ ਤਾਂ ਇਦਾਂ ਹੈ ਕਿ ਜਿਹਨੇ ਇੱਕ ਅੱਧਾ ਡੈਫਰਮੈਂਟ ਲਿੱਤਾ ਉਹਦੇ ਲਈ ਤਾਂ ਕੋਈ ਐਸਾ ਪ੍ਰੋਬਲਮ ਨਹੀਂ ਹੈ, ਬਟ ਕਈ ਐਸੇ ਸਟੂਡੈਂਟ ਹੈ ਜਿਨ੍ਹਾਂ ਨੇ 2-3 ਡੈਫਰਮੈਂਟ ਆਪਣੀ ਲੈ ਲਈਆਂ ਔਰ ਵੀਜ਼ਾ ਆਲਮੋਸਟ ਖਤਮ ਹੋਣ ਦੇ ਕਗਾਰ ਤੇ ਹੈ, ਆਨਲਾਈਨ ਕਲਾਸਿਸ ਅਟੈਂਡ ਨਹੀਂ ਕੀਤੀਆਂ।
ਅਗਰ ਫਲਾਈਟਸ ਖੁੱਲ ਜਾਂਦੀਆਂ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਪ੍ਰੋਬਲਮ ਫੇਸ ਕਰਨੀ ਪਏਗੀ ਇਨ ਫਿਊਚਰ। ਬਿਲਕੁਲ ਮੁਕੇਸ਼ ਸਰ, ਸਮਾਂ ਜਾਣ ਦਾ ਹੋ ਗਿਆ ਬਟ ਮੈਂ ਚਾਹੂੰਗੀ ਜਾਣ ਤੋਂ ਪਹਿਲਾਂ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਦਰਸ਼ਕਾਂ ਨੂੰ ਤਾਂ ਜ਼ਰੂਰ ਦੇਖੋ, ਦਿਓ। ਮੈਸੇਜ ਮੇਰਾ ਇਹੀ ਹੈ ਕਿ ਜੇ ਆਪਾਂ ਅੱਜ ਮੇਰਾ ਯੂਜੂਅਲੀ ਸ਼ੋ ਜਿਹੜਾ ਹੈ ਯੂਕੇ ਦੇ ਉੱਪਰ ਰਹਿੰਦਾ, ਜੇਕਰ ਤੁਸੀਂ ਯੂਕੇ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਆਇਲਸ ਨਹੀਂ ਕੀਤੀ, ਆਇਲਸ ਕੀਤੀ ਹੈ, ਗੈਪ ਹੈ, ਸਪਾਊਸ ਨਾਲ ਜਾਣਾ ਚਾਹੁੰਦੇ ਹੋ, ਫੰਡਸ ਦਾ ਅਰੇਂਜਮੈਂਟ ਨਹੀਂ ਹੈ, ਫੁੱਲ ਪੇਮੈਂਟ ਆਫਟਰ ਵੀਜ਼ਾ ਦੀ ਫੈਸਿਲਿਟੀ ਅਵੇਲ ਕਰਨਾ ਚਾਹੁੰਦੇ ਹੋ ਤਾਂ ਵਿਸ਼ਵਾਸ ਇੰਟਰਨੈਸ਼ਨਲ ਦੀ ਟੀਮ ਨਾਲ ਰਾਬਤਾ ਜ਼ਰੂਰ ਕਾਇਮ ਕਰੋ। ਜੀ ਥੈਂਕ ਯੂ ਸੋ ਮਚ ਸਰ ਸਾਨੂੰ ਜੁਆਇਨ ਕਰਨ ਦੇ ਲਈ। ਥੈਂਕ ਯੂ, ਥੈਂਕਸ ਫॉर ਇਸੇ ਦੇ ਨਾਲ ਜੀ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਜੇਕਰ ਤੁਸੀਂ ਸਟੱਡੀ ਵੀਜ਼ਾ ਅਪਡੇਟਸ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੁੰਦੇ ਹੋ ਫਿਰ ਤੁਸੀਂ ਸਾਡਾ ਫੇਸਬੁੱਕ ਪੇਜ ਜ਼ਰੂਰ ਲਾਈਕ ਕਰ ਦਿਓ ਜੀ। ਕਿੰਜਾਵਾ ਪਰਦੇਸ ਦੇ ਨਾਂ ਤੋਂ ਸਾਡਾ ਫੇਸਬੁੱਕ ਪੇਜ ਹੈ, ਸਾਡਾ YouTube ਚੈਨਲ ਵੀ ਹੈਗਾ, ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ ਦਿਓ ਇਜਾਜ਼ਤ, ਜਲਦੀ ਹਾਜ਼ਰ ਹੋਵਾਂਗੇ ਨਵੇਂ ਸ਼ੋਅ ਦੇ ਵਿੱਚ ਨਵੇਂ ਗੈਸਟ ਐਂਡ ਨਵੀਂ ਅਪਡੇਟਸ ਦੇ ਨਾਲ। ਉਦੋਂ ਤੱਕ ਤੁਸੀਂ ਸਾਰੇ ਦੇਖਦੇ ਰਹੋ ਫਾਸਟ ਵੇ ਤੇ ਕਿੰਜਾਵਾ ਪਰਦੇਸ ਤੇ ਆਪਣਾ ਖਿਆਲ ਰੱਖੋ ਜੀ। ਸਤਿ ਸ਼੍ਰੀ ਅਕਾਲ।